ਉੱਥੋਂ ਗੱਗੋ ਮੰਡੀ ਤੋਂ ਮਈਆਂ ਲਵੋ ਨਾ ਤਾਂ ਉੱਥੇ ਬਾਹਰ ਦੀ ਮੰਡੀਆਂ 'ਚ ਨਹੀਂ ਜਾਂਦੀਆਂ। ਅਕਾੜੇ ਜਾਓ, ਇੱਥੋਂ ਸਿਆਲਕੋਟੋਂ ਮਈਆਂ ਅਕਾੜੇ ਜਾਂਦੀਆਂ ਨੇ ਇੱਧਰ ਦੀਆਂ। ਅੱਛਾ, ਨੁਕਸਾਨ ਨਫਾ ਨੁਕਸਾਨ ਜਿਹੜਾ ਇਹ ਮੁਕੱਦਰਾਂ ਦੇ ਖੇਡ ਬਿਲਕੁਲ ਸਹੀ, ਹਰ ਕਾਰੋਬਾਰ ਦੀ ਖੇਡ ਹੈ। ਕੋਈ ਐਸਾ ਕੰਮ ਨਹੀਂ ਜਿਹੜਾ ਬੰਦਾ ਮਤਵਾਜ਼ਨ ਮਿਹਨਤ ਕਰੇ ਤਾਂ ਉਹਦੇ 'ਚ ਉਹਨੂੰ ਰਿਜ਼ਕ ਨਾ ਮੁਹੱਈਆ ਹੋਏ। ਸਹੀ ਹੈ, ਕੋਈ ਵੀ ਐਸਾ ਕੰਮ ਨਹੀਂ। ਸਹੀ ਹੈ। ਕੋਈ ਵੀ ਤੁਸੀਂ ਕਰ ਲਓ, ਦਿਲ ਲਗੀਨ ਕਰੋ। ਇਹ ਦੁਨੀਆ ਦਾ ਦਸਤੂਰ ਹੈ, ਜਿਹਦੇ 'ਚ ਇਨਵੈਸਟਮੈਂਟ ਕਰਦੇ ਹੋ ਉਹਦੇ 'ਚ ਤੁਹਾਨੂੰ ਰਿਜ਼ਕ ਅੱਲਾਹ ਤਾਲਾ ਦੀ ਜ਼ਾਤ ਨੇ ਦੇਣਾ ਹੀ ਦੇਣਾ। ਠੀਕ ਹੈ, ਭਾਵੇਂ ਉਹ ਤੁਸੀਂ ਮਾੜਾ ਕਰਦੇ ਹੋ ਭਾਵੇਂ ਚੰਗਾ ਕਰਦੇ ਹੋ। ਅਗਰ ਰੱਬੂ ਨਾ ਆ ਰਹੀ ਹੋਏ ਹਾਂ, ਰੱਬੂ ਨਾ ਕਿਹੜਾ ਕੰਮ ਮੈਂ ਅਗਰ ਮਾਲ ਦਾ ਨੁਕਸਾਨ ਕੋਈ ਨਹੀਂ। ਚੰਗੇ ਡੰਗਰ ਲਈਏ, ਮਾੜੇ ਲਵੋ ਜਾਂ ਚੰਗੇ ਲਵੋ, ਮਾਲ ਦੇ ਵਿੱਚ ਮਾਲ ਤੇ ਨੁਕਸਾਨ ਕੋਈ ਨਹੀਂ। ਅਗਰ ਤੁਸੀਂ ਇਸ ਸਾਲ ਜਿਹੜੀ ਮਹੀਂ 1.5 ਲੱਖ ਦੀ ਲੈਂਦੇ ਹੋ ਨਾ, ਉਹ ਅਗਲੇ ਸਾਲ ਆਟੋਮੈਟਿਕ ਹੀ 2 ਲੱਖ ਦੀ ਹੈ। ਸਹੀ ਹੈ। ਪਹਿਲਾਂ ਮਹੀਆਂ ਲਵੋ, ਉਹਦੇ 'ਚ ਨੁਕਸਾਨ ਕੋਈ ਨਹੀਂ। ਯਾਨੀ ਕਿ ਝੋਟੀਆਂ ਲਵੋ ਜਿਹੜੀਆਂ ਪਹਿਲੇ ਸੂਬੇ ਸੂਈਆਂ ਨੇ, ਸਹੀ ਹੈ, ਉਹਨਾਂ 'ਚ ਨੁਕਸਾਨ ਕੋਈ ਨਹੀਂ। ਦੂਸਰੇ ਤੀਸਰੇ ਸੂਬੇ ਨੂੰ ਵਧੀਆਂ ਜਾਣਗੀਆਂ, ਮਗਰ ਜਾ ਨੇ ਉਹਨਾਂ ਦੀ ਸੇਵਾ ਕਰੋ, ਠੀਕ ਹੋ ਜਾਏਗਾ। ਯਾਨੀ ਮੈਨੂੰ ਇਹ ਕਹਿਣ ਦਵੋ ਕਿ ਇੱਕ ਤਜਰਬਾਕਾਰ ਮਾਇਆਨਾਜ਼ ਵਪਾਰੀ ਹੈ, ਕਹਿੰਦਾ ਪਿਆ ਕਿ ਇਸ ਕੰਮ ਦੇ ਵਿੱਚ ਨੁਕਸਾਨ ਕੋਈ ਨਹੀਂ। ਜਿਹੜਾ ਬੰਦਾ ਆਣਾ ਚਾਹੁੰਦਾ ਉਹਨੂੰ ਅਸੀਂ ਖੁਸ਼ ਆਮਦੀਦ ਕਹਿੰਦੇ ਆ। ਪਿੰਡ ਦਾ ਜੀ, ਇਥੇ ਪਿੰਡ ਦਾ, ਗਾਉਂ ਦਾ, ਦਿਹਾਤ ਦਾ, ਤੋਂ ਖੰਗੜੀਆਂ ਮਈਆਂ ਲਵੇ ਇਹਨਾਂ ਗੁਜਰਾਂ ਕੋਲੋਂ ਸ਼ਹਿਰ 'ਚੋਂ। ਅੱਛਾ, ਠੀਕ ਹੈ, ਇਹਦੇ 'ਚ ਉਹਨੂੰ 6-7 ਮਈਆਂ ਮਿਲ ਜਾਣਗੀਆਂ। ਸਹੀ ਹੈ, ਠੀਕ ਹੈ। ਉਹਦੇ 'ਚੋਂ ਨਾਲੇ ਦੁੱਧ ਵੀ ਥੋੜਾ ਦੇਣਗੀਆਂ, ਉਹਦੇ ਘਰ ਦਾ ਨਿਜ਼ਾਮ ਵੀ ਚੱਲੇਗਾ, ਨਾਲੇ ਮਈਆਂ ਅੱਗੋਂ ਬਣ ਜਾਣਗੀਆਂ, ਸੂਣ ਵਾਲੀਆਂ ਹੋ ਜਾਣਗੀਆਂ। ਫਿਰ ਅੱਗੋਂ ਸੂਣਗੀਆਂ ਉਹ ਡਬਲ ਹੋ ਜਾਣਗੀਆਂ। ਬਹੁਤ ਸਾਰੇ ਫਾਰਮਰ ਹਜ਼ਰਾਤ ਕਹਿੰਦੇ ਨੇ ਕਿ ਖਾਂਗੜੀਆਂ ਨਾ ਲਵੋ, ਤੁਹਾਡੀ ਕੀ ਰਾਏ? ਉਹ ਅਗਰ ਦਿਹਾਤ 'ਚ ਰਹਿੰਦਾ ਨਾ तो फिर उन्होंने दोबारा सूट कर दिया। अगर शहर किसी च रहिंदा तो फिर सूट नहीं करती। मुकम्मल वीडियो को देखने के लिए हमारे चैनल को सब्सक्राइब ज़रूर कीजिएगा, लाइक और शेयर करना मत भूलिएगा। तो आइए तफसीली इंटरव्यू सुनते हैं। अस्सलाम वालेकुम। वालेकुम सलाम। भाईजान कैसे हैं? अल्हम्दुलिल्लाह। भाईजान क्या नाम है आपका? इफ्तिखार हुसैन। इफ्तिखार हुसैन साहब, भैंसों का कारोबार आप कितने अरसे से कर रहे हैं? तकरीबन बचपन तो। बचपन से? हाँ। किनिया क मझां रखियां ने? मुझे 10 भी रखे, 20 मईयां रखियां। 20 मईयां रखियां ने। केड़ी नस्ल दी मझां रखियां? नस्ल दी इत्थे दी रखियां ने जी, कुछ नीली दियां, कुछ रावी दियां, अच्छा, कोई पूरा व्याड़ी दियां। ਤੁਸੀਂ ਇਹਨਾਂ ਮੱਝਾਂ ਦੀ ਸੇਵਾ ਕਿਸ ਤਰ੍ਹਾਂ ਕਰ ਰਹੇ ਹੋ? ਕੀ ਇਹਨਾਂ ਨੂੰ ਖਿਲਾ ਪਿਲਾ ਅਸੀਂ ਰਹੇ ਦਿਹਾਤੀ ਲੋਕ ਆ ਪਿੰਡ ਦੇ। ਹੋ? ਅੱਛਾ ਅਸੀਂ ਇਹਨਾਂ ਨੂੰ ਸੁਬਾ ਵੰਡਾ ਪਾਉਂਦੇ ਆ, ਤੂੜੀ ਵੰਡਾ ਪਾਉਂਦੇ ਆ, ਅੱਛਾ, ਕਰਨੇ ਪੇਟ। ਠੀਕ ਹੈ, ਉਸ ਤੋਂ ਬਾਅਦ ਹਰੇ ਪੱਠੇ ਪਾਉਂਦੇ ਆ 10-11 ਵਜੇ ਤੱਕ। ਅੱਛਾ, ਫਿਰ ਬਸ ਸ਼ਾਮ ਬੰਨਦੇ ਨੇ, ਫਿਰ ਸ਼ਾਮ ਨੂੰ ਜਦੋਂ ਧਾਰਾ ਕੱਢਣੀਆਂ ਨੇ ਉਦੋਂ ਪੱਠੇ ਪਾਉਂਦੇ ਆ। ਹੂੰ, ਰਾਤ ਨੂੰ ਪਾਣੀ ਛੰਡਾ ਕੇ ਅੰਦਰ ਬੰਨ੍ਹਦੇ ਨੇ। ਜੇ ਸਰਦੀ ਹੋਏ ਤੇ, ਗਰਮੀ ਹੋਏ ਤੇ ਬਾਹਰ ਹੀ। ਜੇ ਜ਼ਿਆਦਾ ਗਰਮੀ ਹੋਏ ਤੇ ਫਿਰ ਵੀ ਅੰਦਰ ਬੰਨ੍ਹਦੇ ਆ ਦੁਪਹਿਰ ਨੂੰ ਅੱਛਾ, 12 ਵਜੇ। ਹੂੰ, ਜੂਨ ਚ ਬਹੁਤ ਤੇਜ਼ ਹਵਾ ਹੁੰਦੀ ਹੈ ਨਾ, ਗਰਮ ਹਵਾ ਹੁੰਦੀ ਹੈ, ਹਾਂਜੀ ਹਾਂਜੀ, ਉਸ ਟਾਈਮ ਹੀ ਹਵਾ ਤੋਂ ਬਚਾਉਂਦੇ ਆ, ਅੰਦਰ ਬੰਨ੍ਹਦੇ ਆ। ਠੀਕ ਗਰਮ ਹੈ, ਤੋਂ। ਸਹੀ ਹੈ, ਬਰਾਬਰ ਮੌਸਮ ਦੇ ਨੇ ਇਹਨਾਂ ਨੂੰ। ਸਹੀ ਹੋ ਗਿਆ। ਜੀ। ਅੱਛਾ ਸਰ, ਅਗਰ ਇਹਨਾਂ ਦੀ ਇਹ ਸਾਰੀ ਚੀਜ਼ਾਂ ਸ਼ਾਮਲ ਕਰ ਲਈਏ ਜਾਂ ਜਿਹੜੀ ਤੁਸੀਂ ਇਹਨਾਂ ਦੀ ਸੇਵਾ ਕਰਦੇ ਹੋ, ਤੇ ਇੱਕ ਮੱਝ ਅੱਜ ਕੱਲ੍ਹ ਔਸਤਨ ਕੀ ਖਰਚਾ ਕਰਵਾ ਰਹੀ ਹੈ? ਤਕਰੀਬਨ 600 ਰੁਪਇਆ 600 ਰੁਪਏ ਖਰਚ ਕਰਵਾ ਜਾਂਦੀ ਹੈ ਜੀ। ਤੇ ਦੁੱਧ ਦੀ ਕੀ ਐਵਰੇਜ ਹਾਸਲ ਹੁੰਦੀ ਫੀ ਮੱਝ? ਜੀ ਦੁੱਧ ਦੀ ਐਵਰੇਜ ਜਿਹੜੀ ਹੈ ਨਾ, ਕੋਈ ਜਦੋਂ ਮੈਂ ਸੁਣਦੀ ਹੈ ਨਾ, ਉਸ ਤੋਂ 5 ਮਹੀਨੇ ਤੱਕ ਨਾ ਉਹਦੀ ਐਵਰੇਜ 10-11 ਕਿਲੋ ਚੰਗੀ ਮਹੀਂ ਦੀ, ਠੀਕ ਹੈ, ਜਿਹੜੀ ਅੱਛੀ ਮਹੀਂ ਹੈ। ਸਹੀ ਹੋ ਗਿਆ। ਜਿਹੜੀ ਨਾਰਮਲ ਮਹੀਂ ਹੈ ਉਹਦੀ ਐਵਰੇਜ ਹੈ ਜਿਹੜੀ ਉਹ 7 ਤੋਂ 8 ਕਿਲੋ ਹੈ। 7-8 ਕਿਲੋ, ਹਾਂਜੀ। ਜਿਹੜੀ ਉਸ ਤੋਂ ਚੰਗੀ ਮਹੀਂ ਹੈ, ਸਭ ਤੋਂ ਟਾਪ ਦੀ ਮਹੀਂ ਹੈ, ਉਹ 15-16 ਕਿਲੋ ਦੀ ਐਵਰੇਜ ਦਿੰਦੀ ਹੈ। ਸਹੀ ਹੈ। ਯਾਨੀ 3 ਕਿਸਮ ਦੀਆਂ ਮੱਝਾਂ ਨੇ ਜੀ ਜਿਹੜੀਆਂ ਸ਼ੁਰੂ 'ਚ ਐਵਰੇਜ ਦਿੰਦੀਆਂ ਨੇ 7-8 ਕਿਲੋ ਤੋਂ ਲੈ ਕੇ 15-16 ਕਿਲੋ ਤੱਕ। ਜੀ। ਤੇ ਫਿਰ ਉਹ 600 ਦਾ ਖਰਚਾ ਕਿਸ ਤਰ੍ਹਾਂ ਬੈਲੈਂਸ ਹੁੰਦਾ ਹੈ ਤੇ ਦੁੱਧ ਦਾ ਰੇਟ ਕੀ ਔਰ ਉਹ 'ਚੋਂ ਹਾਸਲ ਕੀ ਹੁੰਦਾ ਮੱਝ ਤੋਂ? ਦੁੱਧ ਦਾ ਰੇਟ ਜਿਹੜਾ ਖਾਲਸ ਦੁੱਧ ਦਾ 120 ਰੁਪਏ ਵਿਕਦਾ ਪਿੰਡ ਹੀ। ਠੀਕ ਹੈ, ਸਿਆਲਕੋਟ ਨੂੰ ਪਿੰਡਾਂ 'ਚ ਰੇਟ ਜ਼ਿਆਦਾ ਹੈ। ਅੱਛਾ, ਤੇ ਫਿਰ ਮੱਝ ਦਾ ਖਰਚਾ ਵੀ 600 ਹੈ? ਹਾਂਜੀ, ਉਹ ਐਵਰੇਜ ਆਮ ਬੰਦੇ ਨੂੰ ਜ਼ਿਆਦਾ ਪੈਂਦੀ ਹੈ ਨਾ, ਜਿਹਦਾ ਸਭ ਕੁਝ ਮਿਲਦਾ ਉਹਦਾ 600 ਹੈ। ਜਿਹਦੀ ਜ਼ਮੀਨ ਹੀ ਆਪਣੀ ਹੈ, ਖੇਤੀਬਾੜੀ ਕਰਦਾ ਹੈ, ਉਹਨੂੰ ਤਾਂ ਐਵਰੇਜ ਬਹੁਤ ਸਸਤੀ ਹੈ ਨਾ। ਹੁਣ ਤਾਂ 200 ਰੁਪਏ ਦਾ ਵੰਡਾ ਪੈਣਾ, ਬਾਕੀ ਸਾਰੀ ਉਹਦੀ ਬਚਤ ਹੈ। ਠੀਕ ਹੈ, ਯਾਨੀ ਤੁਸੀਂ ਸਾਰੀ ਚੀਜ਼ਾਂ ਮੁੱਲ ਦਾ ਹਿਸਾਬ ਲਾ ਕੇ ਦੱਸ ਦਿਓ। ਜੀ, ਮੁੱਲ ਦਾ ਹਿਸਾਬ ਲਾ ਕੇ 600 ਰੁਪਏ ਖਰਚਾ ਪੈਂਦਾ। ਚਲੋ 600 ਖਰਚਾ ਹੀ ਗੱਲ ਕਰ ਲੈਂਦੇ ਆ। ਕਿਸੇ ਨੇ ਮੁੱਲ ਦਾ ਕਾਰੋਬਾਰ ਕਰਨਾ ਤੇ ਮੱਝ ਤੋਂ ਹਾਸਲ ਕੀ ਹੁੰਦਾ ਫੀ ਦਿਨ 'ਚ 600 ਲਾ ਕੇ? 600 ਹੱਥ ਲਾ ਕੇ 600 ਬਚ ਜਾਂਦਾ। 600 ਬਚ ਜਾਂਦਾ ਹੈ ਹਾਂਜੀ, ਔਸਤਨ। ਔਸਤਨ। ਤੁਹਾਡੇ ਖਿਆਲ 'ਚ ਜਿਹੜੀ 15-16 ਕਿਲੋ ਦੁੱਧ ਦੇਣ ਵਾਲੀ ਮੱਝ ਹੈ, ਉਹਦੀ ਕੀ ਪਹਿਚਾਣ ਹੈ? ਕਿਸ ਤਰ੍ਹਾਂ ਪਤਾ ਚੱਲਦਾ ਕਿ ਅੱਛਾ ਦੁੱਧ ਦੇਣ ਵਾਲੀ ਮੱਝ ਹੈ ਔਰ ਅੱਛੀ ਮੱਝ ਹੈ? ਇਹ ਦੇਖੀ ਪਤਾ ਲੱਗਦਾ ਹੈ। ਕੋਈ ਮੋਟੀਆਂ ਨਿਸ਼ਾਨੀਆਂ? ਕੋਈ ਨਹੀਂ, ਉਹ ਕਿਉਂ? ਉਹ ਸਿਰਫ ਵੇਖਣ ਵਾਲੇ ਬੰਦਾ ਪਰਖ ਸਕਦਾ ਜਿਹੜਾ ਕੰਮ ਕਰਦਾ, ਪ੍ਰੈਕਟੀਕਲ ਹੈ ਜਿਹਦਾ। ਪ੍ਰੈਕਟੀਕਲ 'ਚ ਤੇ ਕਿਤਾਬਾਂ 'ਚ ਬਹੁਤ ਫਰਕ ਹੈਗਾ। ਐਵੇਂ ਪੁੱਛਣਾ ਜਿਵੇਂ ਸਮਝ ਲਓ ਵੀ ਤੁਸੀਂ ਲਾ ਕਰਦੇ ਹੋ, ਲਾ ਕਰਦੇ ਹੋ, ਲਾ ਕਰਨ ਤੋਂ ਬਾਅਦ ਪ੍ਰੈਕਟਿਸ ਨਹੀਂ ਕਰਦੇ, ਕਿਸੇ ਅੱਛੇ ਵਕੀਲ ਕੋਲ ਨਹੀਂ ਬਹਿੰਦੇ, ਸਾਜ਼ ਕੋਲ ਨਹੀਂ ਬਹਿੰਦੇ, ਤੁਹਾਨੂੰ ਪਤਾ ਹੀ ਨਹੀਂ ਕੋਰਟ 'ਚ ਕਿਵੇਂ ਖਲੋਣਾ ਤੋਂ। ਠੀਕ ਹੈ, ਅਗਰ ਕੋਰਟ 'ਚ ਉਹਦੇ ਪ੍ਰੈਸਕ੍ਰਿਪ ਕਰੋਗੇ ਤੇ ਫੇਰ ਹੀ ਕੋਰਟ 'ਚ। ਇਹ ਜਿਹੜਾ ਬੰਦਾ ਮਾਲ ਦਾ ਕੰਮ ਕਰਦਾ ਨਾ, ਉਹ ਨਹੀਂ ਪਤਾ, ਦੂਸਰੇ ਬੰਦੇ ਨੂੰ ਨਿਸ਼ਾਨੀਆਂ ਦਾ ਕੋਈ ਤਜਰਬਾ ਨਹੀਂ ਦਾ ਹੈਗਾ। ਨਹੀਂ ਸਮਝ ਗਿਆ ਤੁਹਾਡੀ ਗੱਲ ਕਿ ਇੱਕ ਅੱਛੇ ਉਸਤਾਦ ਕੋਲ ਟਾਈਮ ਲਗਾਉਣਾ ਜ਼ਰੂਰੀ ਹੈ। ਜ਼ਰੂਰੀ ਹੈ, ਜਦੋਂ ਨਾਲ ਉਹਦੇ ਫਿਰੋਗੇ ਫੇਰ ਹੀ ਪਤਾ ਲੱਗੇਗਾ, ਪ੍ਰੈਕਟੀਕਲ ਫੇਰ ਹੀ ਹੋਏਗਾ। ਅਸੀਂ ਸਰ ਤੁਹਾਨੂੰ ਇੱਕ ਅੱਛਾ ਉਸਤਾਦ ਸਮਝਿਆ ਹੋਇਆ ਚਾਹੁੰਦੇ ਹਾਂ ਕਿ ਕੋਈ ਚੰਦ ਇੱਕ ਐਸੀਆਂ ਗੱਲਾਂ ਸਿਖਾ ਜਾਓ ਨਾਜ਼ਰੀਨ ਨੂੰ ਜਿਹੜੀ ਤੁਹਾਡੇ ਕੋਲ ਅਗਰ ਕੋਈ ਬੰਦਾ ਸ਼ਾਗਿਰਦ ਪੈਂਦਾ ਤੁਸੀਂ ਸਾਨੂੰ ਸਿਖਾਉਣੀਆਂ ਸਨ।
ਤਾਂ ਕਿ ਕਿਸੇ ਨੂੰ ਘਰ ਬੈਠਿਆਂ ਪਤਾ ਚੱਲ ਜਾਏ ਕਿ ਅਸਲ 'ਚ ਘਰ ਬੈਠਿਆਂ ਇਸ ਕੰਮ ਦਾ ਪਤਾ ਨਹੀਂ ਚੱਲ ਸਕਦਾ। ਅੱਛਾ, ਜੀ ਬਿਲਕੁਲ। ਇਹ ਕੰਮ ਪਈਏ ਤੇ ਫੇਰ ਹੀ ਪਤਾ ਚੱਲਦਾ। ਬਿਲਕੁਲ ਮਾਲ ਦੇ ਵਿੱਚ ਵੜੋਗੇ, ਮਾਲ ਨੂੰ ਵੇਖੋਗੇ, ਫੇਰ ਹੀ ਪਤਾ ਲੱਗੇਗਾ। ਜਦੋਂ ਕਿਸੇ ਲੈਂਦੇ ਉਹਦੀ ਧਾਰ ਕੱਢੋਗੇ, ਵੇਖੋਗੇ। ਨਹੀਂ 16 ਕਿਲੋ ਦੁੱਧ ਦਿੰਦੀ, ਉਹਦਾ ਇੱਕ ਥਾਣੀ ਹੈ ਨਹੀਂ, ਉਹ 3 ਥਣੀ ਹੈ, ਉਹਦੀ ਮਾਰਕੀਟ ਹੈ ਨਹੀਂ, ਉਹ ਬਹੁਤ ਥੱਲੇ ਆ ਜੀ, ਨੁਕਸਾਨ ਹੋ ਜਾਏਗਾ ਉਹਦੇ 'ਚ। ਅੱਛਾ, ਤੇ ਲੜ ਤੁਹਾਨੂੰ ਮੰਡੀ 'ਚੋਂ ਮਿਲ ਗਈ ਹੈ। ਅੱਛਾ, ਮਹੀਂ ਖਾਂਗੜੀ ਹੈ, ਉਹ ਕਿਸੇ ਲਾਵਾਂ ਜਾਲ ਆ ਕੇ ਮੰਡੀ 'ਚ ਤੁਹਾਨੂੰ ਦੇਖਦੇ ਨਿਸ਼ਾਨੀਆਂ ਉਹੀ ਨੇ। ਮਹੀਂ ਬੜੀ ਚੰਗੀ ਹੈ ਲੇਕਿਨ ਖਾਂਗੜੀ ਹੈ, ਉਹਦੇ ਲਾਵਾਂ ਜਾਲ ਆਇਆ ਬਾਅਦ 'ਚ, ਉਹ ਤੁਹਾਨੂੰ ਕਿਸੇ ਦੇਖਦੀ ਹੈ, ਉਹਨੇ 16 ਕਿਲੋ ਤਾਂ ਨਹੀਂ ਦੇਣਾ, ਉਹਨੇ 3 ਕਿਲੋ ਹੀ ਦੇਣਾ ਟਾਈਮ ਦਾ ਜਾ ਕੇ ਖਾਂਗੜ ਹੈ। ਸਹੀ ਹੈ, ਠੀਕ ਹੈ। ਅੱਛਾ, ਤੁਸੀਂ ਮੱਝਾਂ ਦੇ ਦੁੱਧ ਦੇ ਕਾਰੋਬਾਰ ਦੇ ਨਾਲ ਵਪਾਰ ਦਾ ਵੀ ਕਰਦੇ ਹੋ? ਜੀ ਕੀਤਾ। ਵਪਾਰ ਦਾ ਕੰਮ ਠੀਕ ਰਹਿੰਦਾ ਜਾਂ ਦੁੱਧ ਦਾ ਠੀਕ ਰਹਿੰਦਾ ਹੈ? ਹਾਂਜੀ, ਵਪਾਰ ਦਾ ਠੀਕ ਰਹਿੰਦਾ। ਵਪਾਰ ਦਾ ਠੀਕ ਰਹਿੰਦਾ ਹੈ। ਹਾਂਜੀ, ਉਹ ਵਪਾਰ ਅਗਰ ਕਿਸੇ ਨੇ ਕਰਨਾ ਹੋਏ ਤੇ ਉਹਦੀ ਵੀ ਕੀ ਸਕੀਮ ਹੋਣੀ ਚਾਹੀਦੀ ਹੈ? ਕਿ ਉਹਦੇ ਵਾਸਤੇ ਵੀ ਪਹਿਲੇ ਸ਼ਾਗਿਰਦੀ ਕਰਨੀ ਹਾਂਜੀ, ਉਹਦੇ ਵਾਸਤੇ ਸਭ ਤੋਂ ਜ਼ਰੂਰੀ ਕੰਮ ਹੈ ਨਾ। ਦੇਖੋ ਜੀ, ਸੌਦਾ ਜਿਹੜਾ ਖਰੀਦਣਾ ਹੈ ਨਾ, ਉਹਦੇ 'ਚ ਕਮਾਲ ਹੈ, ਵੇਚਣਾ ਕੋਈ ਕਮਾਲ ਨਹੀਂ। ਅੱਛਾ, ਖਰੀਦੋਗੇ ਬਾਰੇ ਦਾ ਤੇ ਫੇਰ ਹੀ ਕੋਈ ਵੇਚ ਸਕੋਗੇ। ਅਗਰ ਖਰੀਦੀਏ ਮਹਿੰਗਾ ਤੁਹਾਂ ਤੇ ਵੇਚਣਾ ਕਿਵੇਂ ਹੈ ਤੁਹਾਂ? ਠੀਕ ਹੈ, ਯਾਨੀ ਖਰੀਦਦਾਰੀ ਕਮਾਲ ਰੱਖਦੀ ਹੈ। ਹਾਂਜੀ। ਅੱਛਾ ਸਰ, ਤੁਸੀਂ ਦੱਸਿਆ ਕਿ ਤੁਸੀਂ ਵਪਾਰ ਕਰਦੇ ਹੋ। ਤੁਸੀਂ ਦੱਸਿਆ ਕਿ ਲੋਕ ਇੱਥੋਂ ਬੋਰੇ ਵਾਲਾ ਵਿਹਾੜੀ ਜਾਂਦੇ ਨੇ, ਪਾਕਪਤਨ ਜਾਂਦੇ ਨੇ, ਚੀਚਾ ਵਤਨ ਜਾਂਦੇ ਨੇ, ਉਹਨਾਂ ਮੱਝਾਂ ਦੇ ਨਾਲ ਜਾਲ ਆਏ ਹੁੰਦੇ ਨੇ। ਤੁਸੀਂ ਵਪਾਰ ਜਿਹੜੇ ਲੋਕ ਕਰਦੇ ਨੇ ਉਹਨੂੰ ਬੜੇ ਨਕੀਦ ਯਾਨੀ ਦਕੀਕ ਨੁਕਤਿਆਂ ਦਾ ਪਤਾ ਹੁੰਦਾ ਹੈ। ਕਿਸ ਤਰ੍ਹਾਂ ਅਸੀਂ ਮਾਲੂਮ ਕਰੀਏ ਕਿ ਇਹ ਜਾਇਜ਼ ਦਾ ਪਤਾ ਨਹੀਂ? ਦੱਸਣਾ 'ਚ ਨਹੀਂ ਆਉਂਦਾ, ਕੁਝ ਨੁਕਸੇ ਨੇ ਜਿਹੜੇ ਦੱਸਣ 'ਚ ਨਹੀਂ ਆਉਂਦੇ, ਜਿਵੇਂ ਫੂਕ ਭਾਂਡਾ ਦੱਸਣ 'ਚ ਨਹੀਂ ਆਉਂਦਾ। ਅੱਛਾ, ਠੀਕ ਹੈ, ਇਹ ਵੀ ਇੱਕ ਐਸਾ ਨੁਸਖਾ ਵੀ ਇਹ ਜਦੋਂ ਵੇਖੋਗੇ, ਕੰਮ ਦੇ ਵਿੱਚ ਵੜੋਗੇ, ਫੇਰ ਹੀ ਤੁਹਾਨੂੰ ਤਜਰਬਾ ਹੋਏਗਾ। ਚਲੋ, ਤੁਸੀਂ ਦੱਸਣ ਦੇ ਵਿੱਚ ਨਹੀਂ ਆਉਂਦਾ, ਯਾਨੀ ਤੁਸੀਂ ਸਮਝਦੇ ਹੋ ਕਿ ਤੁਹਾਡੇ ਗੁਰ ਦਾ ਇੱਕ ਕੰਮ ਹੈ, ਲੇਕਿਨ ਤੁਸੀਂ ਇਹਨਾਂ ਦਾ ਨਾਲ ਰਹੋਗੇ ਤੇ ਫੇਰ ਪਤਾ ਲੱਗ ਜਾਏਗਾ। ਇਹਨਾਂ ਦਾ ਦੱਸ ਸਕਦੇ ਹੋ ਨਾ ਕਿ ਉੱਥੇ ਜਾ ਕੇ ਕਿੱਥੋਂ ਜਾਨਵਰ ਲੈਣੇ ਚਾਹੀਦੇ ਨੇ ਔਰ ਕਿੱਥੋਂ ਨਹੀਂ ਲੈਣੇ ਚਾਹੀਦੇ, ਇਹ ਤਾਂ ਦੱਸ ਸਕਦੇ ਹੋ ਨਾ? ਉੱਥੋਂ ਗੱਗੋ ਮੰਡੀ ਤੋਂ ਮਈਆਂ ਲਵੋ ਨਾ, ਤਾਂ ਉੱਥੇ ਬਾਹਰ ਦੀ ਮੰਡੀਆਂ 'ਚ ਨਹੀਂ ਜਾਂਦੀਆਂ। ਅਕਾੜੇ ਜਾਓ, ਇੱਥੋਂ ਸਿਆਲਕੋਟ ਮਈਆਂ ਅਕਾੜੇ ਜਾਂਦੀਆਂ ਨੇ ਇੱਧਰ ਦੀਆਂ। ਅੱਛਾ, ਠੀਕ ਹੈ ਜੀ। ਅੱਛਾ ਸਰ, ਦੀਆਂ ਮਈਆਂ ਜਾਂਦੀਆਂ ਨੇ ਅਕਾੜੇ। ਗੱਗੋ ਮੰਡੀ ਕਿਹੜੇ ਸ਼ਹਿਰ ਲੱਗਦੀ ਹੈ? ਗੱਗੋ ਪਾਕਪਤਨ ਵਾਲੀ ਸਾਈਡ ਤੇ। ਅੱਛਾ, ਅੱਛਾ ਸਰ, ਜਿਹੜੇ ਲੋਕ ਵਪਾਰ ਕਰਦੇ ਨੇ ਉਹ ਬੜੇ ਸਮਝਦਾਰ ਹੁੰਦੇ ਨੇ, ਇਸ ਕੰਮ ਨੂੰ ਸਮਝਦੇ ਹੁੰਦੇ ਨੇ। ਤੁਸੀਂ ਕੋਈ ਅਹਿਮ ਮਸ਼ਵਰੇ, ਅਹਿਮ ਗੱਲਾਂ ਸਦਕੇ ਤੇ ਜਾਰੀ ਦੇ ਤੌਰ ਤੇ ਨੌਜਵਾਨਾਂ ਨੂੰ ਦੱਸੋ ਕਿ ਬਈ ਕਮ ਅਜ਼ ਕਮ ਇਹ ਕੰਮ ਨਾ ਕਰੇਗਾ ਤਾਂ ਤੇਰਾ ਨੁਕਸਾਨ ਨਹੀਂ ਹੋਏਗਾ। ਜਿਹੜੇ ਕੰਮ ਨਹੀਂ ਕਰਨੇ ਚਾਹੀਦੇ ਨੌਜਵਾਨ ਨੂੰ ਕਾਰੋਬਾਰ ਚ ਆ ਕੇ। ਨਫਾ ਨੁਕਸਾਨ ਜਿਹੜਾ ਇਹ ਮੁਕੱਦਰਾਂ ਦੇ ਖੇਡ, ਬਿਲਕੁਲ ਸਹੀ, ਹਰ ਕਾਰੋਬਾਰ ਦੀ ਖੇਡ ਹੈ। ਕੋਈ ਐਸਾ ਕੰਮ ਨਹੀਂ ਜਿਹੜਾ ਬੰਦਾ ਮਤਵਾਜ਼ਨ ਮਿਹਨਤ ਕਰੇ ਤਾਂ ਉਹਦੇ ਚ ਉਹਨੂੰ ਰਿਸਕ ਨਾ ਮਿਲ ਜਾਵੇ। ਸਹੀ ਹੈ, ਕੋਈ ਵੀ ਐਸਾ ਕੰਮ ਨਹੀਂ। ਸਹੀ ਹੈ, ਕੋਈ ਵੀ ਤੁਸੀਂ ਕਰ ਲਓ, ਦਿਲ ਲਗੀਨ ਕਰੋ। ਇਹ ਦੁਨੀਆ ਦਾ ਦਸਤੂਰ ਹੈ, ਜਿਹਦੇ 'ਚ ਇਨਵੈਸਟਮੈਂਟ ਕਰਦੇ ਹੋ ਉਹਦੇ 'ਚ ਤੁਹਾਨੂੰ ਰਿਸਕ ਅੱਲਾਹ ਤਾਲਾ ਦੀ ਜ਼ਾਤ ਨੇ ਦੇਣਾ ਹੀ ਦੇਣਾ। ਠੀਕ ਹੈ, ਭਾਵੇਂ ਉਹ ਤੁਸੀਂ ਮਾੜਾ ਕਰਦੇ ਹੋ ਭਾਵੇਂ ਚੰਗਾ ਕਰਦੇ ਹੋ। ਅਗਰ ਰੱਬੂ ਨਾ ਹਰੀ ਹੋਏ ਹਾਂ, ਰੱਬੂ ਨਾ ਕਿਹੜਾ ਕੰਮ ਮੈਂ ਅਗਰ ਮਾਲ ਦਾ ਨੁਕਸਾਨ ਕੋਈ ਨਹੀਂ। ਚੰਗੇ ਡੰਗਰ ਲਈਏ, ਮਾੜੇ ਲਵੋ ਜਾਂ ਚੰਗੇ ਲਵੋ, ਮਾਲ ਦੇ ਵਿੱਚ ਮਾਲ ਤੇ ਨੁਕਸਾਨ ਕੋਈ ਨਹੀਂ। ਅਗਰ ਤੁਸੀਂ ਇਸ ਸਾਲ ਜਿਹੜੀ ਮਹੀਂ 1.5 ਲੱਖ ਦੀ ਲੈਂਦੇ ਹੋ ਨਾ, ਉਹ ਅਗਲੇ ਸਾਲ ਆਟੋਮੈਟਿਕ ਹੀ 2 ਲੱਖ ਦੀ ਹੈ। ਸਹੀ ਹੈ। ਪਹਿਲਾਂ ਮਹੀਆਂ ਲਵੋ, ਉਹਦੇ 'ਚ ਨੁਕਸਾਨ ਕੋਈ ਨਹੀਂ। ਯਾਨੀ ਕਿ ਝੋਟੀਆਂ ਲਵੋ ਜਿਹੜੀਆਂ ਪਹਿਲੇ ਸੂਏ ਸੂਈਆਂ, ਸਹੀ ਹੈ, ਉਹਨਾਂ 'ਚ ਨੁਕਸਾਨ ਕੋਈ ਨਹੀਂ। ਦੂਸਰੇ ਤੀਸਰੇ ਸੂਏ ਨੂੰ ਵਧੀਆਂ ਜਾਣਗੀਆਂ, ਮਗਰ ਜਾ ਨੇ ਉਹਨਾਂ ਦੀ ਸੇਵਾ ਕਰੋ, ਠੀਕ ਹੋ ਜਾਏਗਾ। ਯਾਨੀ ਮੈਨੂੰ ਇਹ ਕਹਿਣ ਦਵੋ ਕਿ ਇੱਕ ਤਜਰਬਾਕਾਰ ਮਾਇਆਨਾਜ਼ ਵਪਾਰੀ ਹੈ, ਕਹਿੰਦਾ ਪਿਆ ਕਿ ਇਸ ਕੰਮ ਦੇ ਵਿੱਚ ਨੁਕਸਾਨ ਕੋਈ ਨਹੀਂ। ਜਿਹੜਾ ਬੰਦਾ ਆਣਾ ਚਾਹੁੰਦਾ ਨਾ, ਅਸੀਂ ਖੁਸ਼ ਆਮਦੀਦ ਕਹਿੰਦੇ ਆ। ਬੇਸ਼ੱਕ, ਠੀਕ ਹੋ ਗਿਆ। ਉਹਨੇ ਇੱਕ ਘੱਟ ਤੋਂ ਘੱਟ ਨੌਜਵਾਨ ਜਿਹੜਾ ਜਿਹਦੇ ਕੋਲ ਸਰਮਾਇਆ ਬਹੁਤ ਘੱਟ ਹੈ, ਉਹ ਕਿੰਨੇ ਜਾਨਵਰ ਲੇ ਔਰ ਕਿਹੜੇ ਲੇ? ਸਰਮਾਇਆ ਤਾਂ ਉਹਨੂੰ ਪਤਾ ਨਾ। ਇਸ ਤੌਰ ਫॉर ਐਗਜ਼ਾਮਪਲ ਅਗਰ ਕੋਈ 2-3 ਸਰਮਾਇਆ ਜਾਂ ਨਹੀਂ, ਉਹਨੇ ਇੱਕ ਮਹੀਂ ਵੀ ਨਹੀਂ ਲੈ ਸਕਦਾ। ਅੱਛਾ, ਜਿਹਦੇ ਕੋਲ 2-3 ਮੱਝਾਂ ਲੈਣ ਦਾ ਸਰਮਾਇਆ ਹੈ, ਉਹ 6-7 ਲੱਖ ਰੁਪਏ ਨਾਲ 2-3 ਮਹੀਆਂ ਲੈ ਸਕਦੇ। ਯਾਨੀ ਕਮ ਸੇ ਕਮ 5 ਲੱਖ ਹੋਏ ਕੰਮ ਸ਼ੁਰੂ ਹੋ ਜਾਂਦਾ। ਹਾਂਜੀ, ਠੀਕ ਹੋ ਗਿਆ। 5 ਲੱਖ ਚ ਕਿਹੜੇ ਜਾਨਵਰ ਲੇ? 5 ਲੱਖ ਚ ਬਿਹਤਰ ਹਾਲਦੇ ਆ ਕਿ ਜੋ ਬੇਸਿਕਲ ਪਿੰਡ ਦਾ ਹੈ ਜੀ, ਕਿਸੇ ਪਿੰਡ ਦਾ, ਗਾਉਂ ਦਾ, ਦਿਹਾਤ ਦਾ, ਤੋਂ ਖੰਗੜੀਆਂ ਮਈਆਂ ਲਵੇ ਇਹਨਾਂ ਗੁਜਰਾਂ ਕੋਲੋਂ ਸ਼ਹਿਰ ਚੋਂ। ਅੱਛਾ, ਠੀਕ ਹੈ। ਇਹਦੇ ਚ ਉਹਨੂੰ 6-7 ਮਹੀਆਂ ਮਿਲ ਜਾਣਗੀਆਂ। ਸਹੀ ਹੈ, ਠੀਕ ਹੈ। ਉਹਦੇ ਜੋ ਨਾਲ ਦੁੱਧ ਵੀ ਥੋੜਾ ਦੇਣਗੀਆਂ, ਉਹਦੇ ਘਰ ਦਾ ਨਿਜ਼ਾਮ ਵੀ ਚੱਲੇਗਾ, ਨਾਲੇ ਮਈਆਂ ਅੱਗੋਂ ਬਣ ਜਾਣਗੀਆਂ, ਸੂਣ ਵਾਲੀਆਂ ਹੋ ਜਾਣਗੀਆਂ। ਫਿਰ ਅੱਗੋਂ ਸੂਣਗੀਆਂ ਉਹ ਡਬਲ ਹੋ ਜਾਣਗੀਆਂ। ਬਹੁਤ ਸਾਰੇ ਫਾਰਮਰ ਹਜ਼ਰਾਤ ਕਹਿੰਦੇ ਨੇ ਕਿ ਖੰਗੜੀਆਂ ਨਾ ਲਵੋ। ਤੁਹਾਡੀ ਕੀ ਰਾਏ? ਅਗਰ ਦਿਹਾਤ 'ਚ ਰਹਿੰਦਾ ਨਾ ਤੇ ਫਿਰ ਉਹਨੂੰ ਦੁਬਾਰਾ ਸੂਟ ਕਰਦੀ। ਅਗਰ ਸ਼ਹਿਰ ਕਿਥੇ 'ਚ ਰਹਿੰਦਾ ਤੇ ਫਿਰ ਸੂਟ ਨਹੀਂ ਕਰਦੀ। ਅਸਲਾਮੁਅਲੈਕੁਮ। ਵਾਲੇਕੁਮ ਸਲਾਮ। ਭਾਈਜਾਨ ਕੀ ਹਾਲ ਚਾਲ ਹੈ? ਠੀਕ ਹੈ ਭਾਜੀ। ਕੀ ਨਾਮ ਭਾਈ ਇਹਨਾਂ ਦਾ? ਬਾਊ ਜੀ। ਬਾਬੂ ਮਾਸ਼ਾਅੱਲਾ, ਮੱਝਾਂ ਦਾ ਕੰਮ ਕਿੰਨੇ ਅਰਸੇ ਤੋਂ ਕਰ ਰਹੇ ਹੋ? ਅੱਜ ਬੱਚੇ ਹਾਂ ਛੋਟੇ ਜਿਹੇ, ਸਕੂਲੇ ਨਹੀਂ ਪੜ੍ਹਦੇ, ਮੱਝਾਂ ਦਾ ਕੰਮ ਕੀਤਾ ਜੀ। ਮੱਝਾਂ ਦਾ ਕੰਮ ਕੀਤਾ ਹੈ? ਮੱਝਾਂ ਦਾ ਕੰਮ ਕੀਤਾ ਤੇ ਇਸ ਟਾਈਮ ਕਿੰਨੀਆਂ ਮੱਝਾਂ ਰੱਖੀਆਂ ਜੇ? ਇਸ ਤਰ੍ਹਾਂ ਕੋਈ 15 ਗਾਂ ਮੱਝਾਂ। 15 ਮੱਝਾਂ ਤੇ ਗਾਈਆਂ ਕਿੰਨੀਆਂ? ਗਾਈਆਂ ਕੋ 2 ਫਿਰ। ਦੁੱਧ ਦੇਣ ਵਾਲੇ ਜਾਨਵਰ ਕਿੰਨੇ ਨੇ? ਅੱਧੇ ਗਿਆ ਜੇ, ਅੱਧੇ ਯਾਨੀ ਕੋ 7-8 ਦੁੱਧ ਦਿੰਦੇ ਨੇ? ਹਾਂ, 7-8 ਦੁੱਧ ਦਿੰਦੇ। ਤੇ ਕਾਰੋਬਾਰ ਮੱਝਾਂ ਰੱਖਣ ਦਾ ਕਿਹਦਾ ਕਾਰੋਬਾਰ ਹੈ? ਕੰਮ ਦੇ ਉਹਦੇ ਵਾਸਤੇ ਚੰਗਾ ਕਿਹੜਾ ਭਾਜੀ ਉੱਤੇ ਦੇ 24 ਘੰਟੇ ਡੰਗਰਾਂ ਦੇ ਉੱਤੇ ਬੰਦਾ ਚਾਹੀਦਾ ਨਾਲ। ਅੱਛਾ, ਨੌਕਰਾਂ ਦੇ ਬੰਦਾ ਕਹੇ ਨਾ ਤੂੰ ਆ ਫਲਾਣਾ ਕੰਮ ਕਰਦੇ, ਮੈਂ ਚੱਲਿਆ ਨਾ। ਨੌਕਰ ਕੀ ਨੁਕਸਾਨ? ਉਹ ਤੇ ਕੱਖ ਨਹੀਂ ਇਹ ਕਰਦੇ ਨੌਕਰ। ਅੱਛਾ, ਉਹ ਤਾਂ ਬੰਦੇ ਨੂੰ ਕਹਿੰਦੇ ਨੇ ਲੈ ਦੇ ਜਾਈਏ। ਠੀਕ ਹੈ। ਬੰਦਾ ਉੱਤੇ ਨਾ ਹੋਏ ਤੇ ਨੌਕਰ ਕੋਲ ਕਿਹੜੇ ਮਸਾਇਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ? ਨੌਕਰ ਨੂੰ ਬੰਦਾ ਦੱਸਦਾ ਇੰਜ ਪਾਣੇ ਨੇ ਪੱਠੇ ਇੰਨਾ ਵੰਡਾ, ਮੈਂ ਆਪਣੀ ਹੱਥੀ ਪਾਣਾ ਮਾਲ ਨੂੰ।
ਠੀਕ ਤੂੰ ਹੈ ਨਹੀਂ ਪਾਣਾ ਮੇਰੇ ਹਾਂਜੀ। ਤੋਂ ਇਲਾਵਾ ਵੱਡਾ ਪਾਣਾ ਮਾਲ ਨਹੀਂ ਜੇ ਮਾਲਕ ਉੱਤੇ ਨਾ ਆ ਜਾਏ ਨੌਕਰ ਕਿਹੜਾ ਕਿਹੜਾ ਕੰਮ ਖਰਾਬ ਕਰ ਸਕਦੇ ਨੇ? ਉਹ ਇਹ ਮਈਆਂ ਦਾ ਹੀ ਚੋ ਲੈਂਦੇ ਜੇ ਭੈਣ ਚੋ ਬੜਾ ਕੁਝ ਕਰਦੇ ਜੀ ਵਿੱਚੋਂ ਅੱਛਾ ਹਾਂ। ਮੱਝਾਂ ਕਿਸ ਤਰ੍ਹਾਂ ਚੋ ਲੈਂਦੇ ਨੇ? ਟੀਕੇ ਲਾ ਕੇ ਨਾ ਟੀਕਾ ਰੱਖਿਆ ਹੁੰਦਾ ਬੰਦੇ ਨੇ ਮਈਆਂ ਚੋਣ ਵਾਸਤੇ ਅੱਛਾ ਮਗਨੂੰ ਇਹ ਕਹਿੰਦੇ ਚਲੋ ਕਿਲੋ ਦੋ ਚੋ ਲਓ ਬਾਅਦ ਵਿੱਚ ਰਾਤ ਨੂੰ ਚੋ ਲੈਂਦੇ ਨੇ? ਰਾਤ ਨੂੰ ਚੋ ਲੈਂਦੇ ਨੇ ਪੀਣ ਵਾਸਤੇ ਅੱਛਾ ਹਾਂ ਤਾਂ ਅਗਰ ਕਿਸੇ ਨਵੇਂ ਬੰਦੇ ਨੇ ਕੰਮ ਕਰਨਾ ਹੋਏ ਉਹ ਤਾਂ ਬੰਦਾ ਉਹਨੂੰ ਫਿਰ ਕੀ ਸਕੀਮ ਬਣਾ ਕੇ ਦੱਸ ਦਿਓ ਕਿ ਕਿਸ ਮੌਸਮ 'ਚ ਮੱਝਾਂ ਖਰੀਦਣੀਆਂ ਚਾਹੀਦੀਆਂ ਨੇ? ਹੁਣ ਚੋਰੀਆਂ ਤਾਂ ਰੁਕਿਆ ਚੇਤਰੇ ਜਲੀਲੋ ਦੇ ਉਹ ਵੀ ਸਹੀ ਜਸੂਆ ਦੋਵਾਂ ਦਾ ਦੱਸੋ। ਆ ਸੋਨ ਭਾਦਰੋਂ ਦਾ ਸਹੀ ਜਸੂਆ ਨਹੀਂ ਉਹ ਵੀ ਮੈਂ ਦੁੱਧ ਦੇ ਜਾਂਦੀ ਸੋਨ ਭਾਦਰੋਂ ਵਾਲੀ ਭਾਈ ਚੇਤਰ 'ਚ ਮੱਝ ਲੈਣ ਦਾ ਕੀ ਫਾਇਦਾ ਤੇ ਸੌਣ ਭਾਦਰ 'ਚ ਮੱਝ ਲੈਣ ਦਾ ਅੱਜ ਕੀ ਕੱਲ ਮੈਂ ਮਹਿੰਗੀ ਹੋ ਜਾਂਦੀ 20-30 ਹਜ਼ਾਰ ਰੁਪਈਆ ਤੇ ਸੋਨ ਭਾਦਰੋਂ ਪੋਲੀ ਹੁੰਦੀ ਹੈ ਮੈਂ ਫਾਇਦਾ? ਸੌਣ ਭਾਦਰ ਪੋਲੀ ਹੁੰਦੀ ਹੈ ਪੋਲੀ ਹੁੰਦੀ ਹੈ ਮੇਰਾ ਲੇਕਿਨ ਜਿਹੜੀ ਅੱਜ ਕੱਲ ਖਰੀਦਣੀ ਉਹ ਦੁੱਧ ਬਹੁਤਾ ਚਿਰ ਦਿੰਦੀ ਹੈ। ਉਹ ਦੁੱਧ ਚੋਰੀ ਹਰੀ ਕਹਿੰਦੇ ਨੇ ਬਹੁਤਾ ਦੇ ਹੜਦੀ ਮੈਂ ਅੱਛਾ ਤੇ ਜਿਹੜੀ ਚਿਰਕੀ ਖਰੀਦੀ ਸੌਣ ਭਾਦਰ 'ਚ ਖਰੀਦੀ ਦੀ ਉਹ ਉਹ ਦੁੱਧ ਨੇ ਉਹ ਵੀ 10-12 ਕਿਲੋ ਤੋਂ ਭੈੜੀ ਨਹੀਂ ਪੈਂਦੀ ਮੈਂ ਉਹ ਨਹੀਂ ਅਸਲੀ ਅਰਸਾ ਕਿੰਨੇ ਅਰਸਾ ਦੁੱਧ ਦੇ ਜਾਂਦੀ? 5-4 ਮਹੀਨੇ ਦੇ ਹੀ ਜਾਂਦੀ ਹੈ, ਚੋਰੀ ਦੇ 3 ਮਹੀਨੇ ਕਹਿੰਦਾ 5-6 ਮਹੀਨੇ ਮੈਂ ਦੁੱਧ ਦੇ ਜਾਂਦੀ ਹੈ ਗੁੰਨੋਮੀਆਂ ਹੀ ਹੋ ਜਾਂਦੀਆਂ ਨਾਲ ਅੱਜ ਕੱਲ ਤੁਹਾਡਾ ਫੀ ਮੱਝ ਕੀ ਖਰਚਾ ਆ ਰਿਹਾ ਹੈ ਇਹਨਾਂ ਭਾਈ ਨੂੰ? ਅੱਜ ਕੱਲ ਤਾਂ ਬੜੀ ਮਹਿੰਗਾਈ ਹੈ ਅੱਜ ਤਾਂ 600-700 ਰੁਪਏ ਮੈਂ ਖਾ ਹੜਦੀ 6-700 ਹਾਂ ਤੇ ਦੁੱਧ ਕਿੰਨਾ ਦੇ ਛੱਡਦੀ ਉਸ ਤਰ੍ਹਾਂ? ਕੋਈ 7 ਕਿਲੋ ਕੋਈ 8 ਕਿਲੋ ਕੋਈ 10 ਕਿਲੋ ਹਾਂਜੀ। ਰੇਟ ਕੀ ਮਿਲਦਾ ਇੱਥੇ? ਇੱਥੇ 120 ਰੁਪਏ ਕਿਲੋ 120 ਰੁਪਏ ਕਿਲੋ। 120 ਰੁਪਏ ਤੇ ਜਦੋਂ ਅੱਜ ਕੱਲ ਤੁਸੀਂ ਕਿਹਾ 6-700 ਖਰਚ ਹੁੰਦਾ ਹੈ, ਜਿਹੜੇ ਦਿਨਾਂ 'ਚ ਘੱਟ ਹੁੰਦਾ ਹੈ ਉਦੋਂ ਕਿੰਨਾ ਹੁੰਦਾ ਹੈ? ਉਦੋਂ ਤਾਂ ਥੋੜਾ ਹੀ ਹੁੰਦਾ ਖਰਚਾ ਕਿੰਨਾ ਕੁ? ਉਦੋਂ 2-3 ਹਜ਼ਾਰ ਨਾਲ 15-20 ਮਈਆਂ ਲੱਗ ਜਾਂਦੀਆਂ 2-3 ਹਜ਼ਾਰ ਨੂੰ ਯਾਨੀ 100-150 ਖਰਚ ਫੀ ਮੱਝ ਤੇ? ਹਾਂ ਉਦੋਂ ਦਾ ਅੱਧੋ ਅੱਧ ਖਰਚਾ ਉਹ ਕਿਹੜੇ ਮਹੀਨੇ ਨੇ? ਇਹ ਸੌਣ ਭਾਦਰੋਂ ਦਾ ਚੇਤਰ ਪੱਗਣ ਸੌਣ ਭਾਦਰ ਚੇਤੇ ਫਸਲ ਆ ਫਿਰ ਮੌਸਮ ਖੁੱਲਾ ਖਰਚਾ ਕਿਸ ਤਰ੍ਹਾਂ ਘਟਦਾ ਹੈ? ਅੱਜ ਕੱਲ ਹਰ ਸ਼ੈ ਭਾਜੀ ਮਹਿੰਗੀ ਹੋ ਜਾਂਦੀ ਹੈ ਅੱਛਾ। ਵੰਡੇ ਮਹਿੰਗੇ ਤੂੜੀਆਂ ਮਹਿੰਗੀਆਂ ਅੱਛਾ ਪੱਠੇ 400 ਰੁਪਏ ਮਣ ਹੋ ਜਾਂਦੇ ਜੀ ਅੱਜ ਕੱਲ੍ਹ। ਅੱਛਾ ਹਾਂ ਅੱਜ ਕੱਲ ਹਰ ਸ਼ੈ ਤੇ ਮਹਿੰਗੀ ਉਦੋਂ ਸਸਤੇ ਹੁੰਦੇ ਨੇ? ਉਦੋਂ ਸਸਤੇ ਹੁੰਦੇ ਨੇ ਹਾਂ। ਠੀਕ ਹੈ। ਸਾਰੇ ਮੌਸਮ ਮਿਲਾ ਲਈਏ ਤੇ ਕਾਰੋਬਾਰ ਕੈਸਾ ਕਾਰੋਬਾਰ? ਕੰਮ ਦੇ ਅੱਛਾ ਵੇ ਬੰਦੇ ਉੱਤੇ ਚਾਹੀਦੇ ਨੇ ਕੰਮ ਦੇ ਆ ਚੰਗਾ ਹੈ ਡੰਗਰਾਂ 'ਚ